So, hello students, welcome to my YouTube channel. So, ਟਰਮ 1 ਦੇ ਸਾਡੇ ਜਿਹੜੇ ਐਗਜ਼ਾਮ ਨੇ ਉਹ ਹੋ ਚੁੱਕੇ ਨੇ। ਸੋ ਟਰਮ 2 ਦੀ ਵੀ ਆਪਾਂ ਤਿਆਰੀ ਨਾਲ ਦੇ ਨਾਲ ਹੀ ਕਰਾਂਗੇ। ਸੋ ਜਿੱਦਾਂ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜੋ ਸਾਡੀ ਵੈਬਸਾਈਟ ਹੈ www.pspec ਜੋ ਵੀ ਉਸ ਵੈਬਸਾਈਟ 'ਤੇ ਜਾ ਕੇ ਤੁਸੀਂ ਮਤਲਬ ਦੇਖ ਸਕਦੇ ਹੋ 10th ਦੀ +2 ਦੀ ਜੋ ਹੈ ਐਗਜ਼ਾਮ ਡੇਟ ਸ਼ੀਟ ਉਹਨਾਂ ਨੇ ਜਾਰੀ ਕਰ ਦਿੱਤੀ ਹੋਈ ਹੈ। ਠੀਕ ਹੈ, 7 ਅਪ੍ਰੈਲ ਤੋਂ ਜੋ +2 ਦੇ ਐਗਜ਼ਾਮ ਨੇ ਉਹ ਸ਼ੁਰੂ ਨੇ। ਸੋ ਬਿਨਾਂ ਦੇਰੀ ਨਾ ਕੀਤੇ ਹੋਏ ਆਪਾਂ ਆਪਣਾ 14 ਚੈਪਟਰ ਜੋ ਅਹਿਮਦ ਸ਼ਾਹ ਅਬਦਾਲੀ ਦੇ ਆਲੇ ਦੁਆਲੇ ਹੈ ਆਪਾਂ ਉਸ ਦੇ ਬਾਰੇ ਗੱਲ ਕਰਾਂਗੇ। ਸੋ ਬੇਸਿਕਲੀ ਜੋ ਅਹਿਮਦ ਸ਼ਾਹ ਅਬਦਾਲੀ ਸੀਗਾ ਉਹ ਅਫਗਾਨਿਸਤਾਨ ਦਾ ਸ਼ਾਸਕ ਸੀਗਾ। ਠੀਕ ਹੈ, ਅਫਗਾਨਿਸਤਾਨ ਦਾ ਸ਼ਾਸਕ ਸੀਗਾ। ਅਹਿਮਦ ਸ਼ਾਹ ਅਬਦਾਲੀ ਦਾ ਅਸਲੀ ਨਾਮ ਅਹਿਮਦ ਸ਼ਾਹ ਦੁਰਾਨੀ ਸੀਗਾ। ਠੀਕ ਹੈ, ਅਹਿਮਦ ਸ਼ਾਹ ਦੁਰਾਨੀ। ਉਸਨੇ 1747 ਈਸਵੀ ਦੇ ਵਿੱਚ ਦੁਰਾਨੀ ਸਮਾਜ ਦੀ ਸਥਾਪਨਾ ਕੀਤੀ ਸੀਗੀ। ਉਸ ਨੂੰ ਆਧੁਨਿਕ ਅਫਗਾਨਿਸਤਾਨ ਰਾਜ ਦਾ ਸੰਸਥਾਪਕ ਮੰਨਿਆ ਜਾਂਦਾ ਸੀਗਾ। ਉਸਨੇ ਪੰਜਾਬ 'ਤੇ 1747 ਤੋਂ 1767 ਈਸਵੀ ਦੇ ਦੌਰਾਨ 8 ਵਾਰ ਹਮਲੇ ਕੀਤੇ। ਸੋ ਬੇਸਿਕਲੀ ਜੋ ਅਹਿਮਦ ਸ਼ਾਹ ਅਬਦਾਲੀ ਸੀਗਾ ਉਹ ਨਾਦਿਰ ਸ਼ਾਹ ਦਾ ਜਿਹੜਾ ਮਹਾਨ ਮਤਲਬ ਕਿ ਉਹ ਇੱਕ ਮਹਾਨ ਸ਼ਾਸਕ ਸੀਗਾ, ਉਹਦਾ ਇਹ ਸੈਨਾਪਤੀ ਸੀਗਾ। ਠੀਕ ਹੈ, ਨਾਦਿਰ ਸ਼ਾਹ ਜੋ ਕਿ ਸੀਗਾ ਦਿੱਲੀ ਨੂੰ ਵੀ ਮਤਲਬ ਜਿੱਤ ਕੇ ਜਾਂ ਉੱਤੇ ਹਮਲਾ ਕਰਕੇ ਆ ਗਿਆ ਸੀਗਾ ਅਤੇ ਅਹਿਮਦ ਸ਼ਾਹ ਅਬਦਾਲੀ ਇੱਕ ਸੈਨਾਪਤੀ ਦੇ ਰੂਪ ਦੇ ਵਿੱਚ ਉਹਦੇ ਨਾਲ ਸੀਗਾ। ਸੋ ਉਸਨੇ ਦਿੱਲੀ ਦਾ ਜੋ ਹੈ ਹਾਲ ਚਾਲ ਦੇਖ ਲਿਆ ਸੀਗਾ, ਉੱਥੋਂ ਦੇ ਲੋਕਾਂ ਦੇ ਰਾਜਨੀਤਿਕ ਮਤਲਬ ਉਹਨਾਂ ਦੇ ਲੋਕਾਂ ਦੀ ਜੋ ਹੈ ਨਾ ਕਮਜ਼ੋਰੀ ਫੜ ਲਈ ਸੀਗੀ ਕਿ ਇਹ ਲੋਕ ਇੱਥੋਂ ਕਮਜ਼ੋਰ ਨੇ। ਫਿਰ ਉਹ ਉਹਨਾਂ ਦੀ ਕਮਜ਼ੋਰੀ 'ਤੇ ਮਤਲਬ ਉਹ ਵਾਰ ਕਰਦਾ ਗਿਆ ਅਤੇ ਇਸ ਦੌਰਾਨ ਉਹਨੇ 8 ਵਾਰ ਹਮਲੇ ਕੀਤੇ। ਜਦੋਂ ਨਾਦਿਰ ਸ਼ਾਹ ਦੀ ਹੱਤਿਆ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਆਪਣੇ ਦੁਰਾਨੀ ਸਮਾਜ ਦੀ ਸਥਾਪਨਾ ਕਰ ਲੈਂਦਾ ਹੈ। ਕਦੋਂ ਕਰਦਾ ਹੈ? 1747 ਈਸਵੀ ਦੇ ਵਿੱਚ। ਠੀਕ ਹੈ, ਇਹ ਸੀਗਾ ਅਹਿਮਦ ਸ਼ਾਹ ਅਬਦਾਲੀ। ਅਹਿਮਦ ਸ਼ਾਹ ਅਬਦਾਲੀ ਪਹਿਲੇ ਸੈਨਾਪਤੀ ਸੀਗਾ ਨਾਦਿਰ ਸ਼ਾਹ ਦਾ। ਜਦੋਂ ਉਹਦੀ ਹੱਤਿਆ ਹੋ ਜਾਂਦੀ ਹੈ, ਕਿਸ ਦੀ? ਨਾਦਿਰ ਸ਼ਾਹ ਦੀ। ਉਸ ਤੋਂ ਬਾਅਦ ਇਹ ਖੁਦ ਨੂੰ ਇੱਕ ਸਵੈਮ ਸੇਵਕ ਮਤਲਬ ਕਿ ਸਵੈਮ ਦਾ ਜੋ ਹੈ ਇੱਕ ਸ਼ਾਸਕ ਬਣ ਜਾਂਦਾ ਹੈ। ਇਹ ਖੁਦ ਰਾਜ ਕਰਨ ਲੱਗ ਪੈਂਦਾ ਹੈ ਨਾਦਿਰ ਸ਼ਾਹ ਦੀ ਗੱਦੀ ਦੇ ਉੱਤੇ। ਠੀਕ ਹੈ, ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕਾਰਨ ਕੀ ਸੀਗਾ? ਅਬਦਾਲੀ ਦੀ ਇੱਛਾ, ਉਹ ਖੁਦ ਦੀ ਇੱਛਾ ਸੀਗੀ ਉਸਦੀ ਕਿ ਕਿਉਂਕਿ ਭਾਰਤ ਪੰਜਾਬ ਮਤਲਬ ਕਿ ਦੋਨੋਂ ਹੀ ਬਹੁਤ ਜਿਹੜੇ ਅਮੀਰ ਦੇਸ਼ ਸੀਗੇ। ਠੀਕ ਹੈ, ਸੋ ਉਹ ਪੰਜਾਬ ਦੇ ਵਿੱਚ ਹਮਲਾ ਕਰਕੇ ਪੰਜਾਬ ਦੇ ਦੁਆਰਾ ਹੋਰਾਂ ਦੇਸ਼ਾਂ ਦੇ ਵਿੱਚ ਇੰਡੀਆ ਦੇ ਮਤਲਬ ਹੋਰ ਵੀ ਇੰਡੀਆ ਦੇ ਵਿੱਚ ਵੀ ਮਤਲਬ ਆਪਣੇ ਪੈਰ ਪਸਾਰਨਾ ਚਾਹੁੰਦਾ ਸੀ ਭਾਰਤ ਦੇ ਵਿੱਚ ਵੀ, ਤਾਂ ਕਿ ਉਹ ਅਫਗਾਨਿਸਤਾਨ ਨੂੰ ਹੋਰ ਵੀ ਜ਼ਿਆਦਾ ਮਤਲਬ ਵਧਾ ਸਕੇ ਅਤੇ ਆਪਣੀ ਸ਼ਕਤੀ ਜੋ ਹੈ ਦਿਖਾ ਸਕੇ। ਠੀਕ ਹੈ, ਭਾਰਤ ਦੀ ਅਥਾਹ ਦੌਲਤ, ਉਸਨੂੰ ਜੋ ਭਾਰਤ ਦੀ ਅਥਾਹ ਦੌਲਤ ਉਹ ਵੀ ਕਾਫੀ ਖੂਬ ਭਾਗੀ, ਉੱਥੋਂ ਦਾ ਧਨ ਦੌਲਤ ਜੋ ਵੀ ਮਤਲਬ ਉਸ ਟਾਈਮ 'ਤੇ ਸੀਗਾ ਉਹਨੂੰ ਇਹ ਚੀਜ਼ ਪਾ ਗਈ ਸੀ ਕਿ ਉਹਨਾਂ ਮੈਂ ਇਸ ਚੀਜ਼ ਨੂੰ ਆਪਣੇ ਵੱਲ ਕਰ ਲਾਂ। ਅਫਗਾਨਿਸਤਾਨ ਦੀ ਸਥਿਤੀ ਮਜ਼ਬੂਤ ਕਰਨ ਲਈ ਇਸੇ ਕਰਕੇ ਉਹ ਸੀਗਾ ਪੰਜਾਬ ਉਹਦੀ ਅੱਖਾਂ ਵਿੱਚ ਹਰ ਸਮੇਂ ਰਹਿੰਦਾ ਸੀਗਾ ਕਿ ਮੈਂ ਇਸ ਸਮੇਂ ਕਿਸੇ ਨਾ ਕਿਸੇ ਤਰੀਕਾਂ ਦੇ ਵਿੱਚ ਜਿੱਤ ਪ੍ਰਾਪਤ ਕਰ ਲਾਂ। ਭਾਰਤ ਦੀ ਅਨੁਕੂਲ ਰਾਜਨੀਤਿਕ ਦਿਸ਼ਾ, ਜਦੋਂ ਕਿ ਤੁਹਾਨੂੰ ਮੈਂ ਦੱਸਿਆ ਕਿ ਨਾਦਿਰ ਸ਼ਾਹ ਦੇ ਸਮੇਂ 'ਤੇ ਦਿੱਲੀ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਪਹਿਲੇ ਵੀ ਅਫਗਾਨਿਸਤਾਨ ਆ ਚੁੱਕਿਆ ਸੀਗਾ। ਸੋ ਜਦੋਂ ਉਸ ਟਾਈਮ ਉਹਨਾਂ ਨੇ ਜਦੋਂ ਲੁੱਟਮਾਰ ਕੀਤੀ, ਠੀਕ ਹੈ, ਆਪਣਾ ਜੋ ਵੀ ਉਹਨਾਂ ਨੇ ਉੱਥੇ ਲੜਾਈ ਕੀਤੀ ਸੀਗੀ ਉੱਥੇ ਉਸਨੂੰ ਲੋਕਾਂ ਦੀ ਨਬਜ਼ ਪਤਾ ਚੱਲ ਚੁੱਕੀ ਸੀ। ਲੋਕ ਕਿਸ ਚੀਜ਼ ਤੋਂ ਡਰਦੇ ਨੇ, ਉਹ ਕੀ ਉਹਨਾਂ ਦੀ ਕਮਜ਼ੋਰੀ ਹੈ, ਉਹਨਾਂ ਨੂੰ ਕਿਵੇਂ ਕੰਟਰੋਲ ਕਰਨਾ ਹੈ, ਇਹ ਜੋ ਹੈ ਅੱਛੀ ਤਰੀਕੇ ਨਾਲ ਅਹਿਮਦ ਸ਼ਾਹ ਅਬਦਾਲੀ ਸਮਝ ਚੁੱਕਿਆ ਸੀ। ਇਸ ਕਰਕੇ ਉਹਨੂੰ ਬੜਾ ਈਜ਼ੀ ਹੋ ਚੁੱਕਿਆ ਸੀਗਾ ਕਿ ਉਹ ਇਹਨਾਂ 'ਤੇ ਕਬਜ਼ਾ ਕਰ ਸਕੇ। ਸੋ ਭਾਰਤ ਦੀ ਜਿਹੜੀ ਅਨੁਕੂਲ ਰਾਜਨੀਤਿਕ ਦਿਸ਼ਾ ਨੇ ਉਹਦੇ 'ਤੇ ਇੱਕ ਬਹੁਤ ਹੀ ਵੱਡਾ ਮਤਲਬ ਕਿ ਉਹਨੂੰ ਇੱਕ ਪਲੱਸ ਪੁਆਇੰਟ ਦਿੱਤਾ ਕਿ ਉਹ ਮਤਲਬ ਕਿ ਇੰਡੀਆ ਦੇ ਉੱਪਰ ਹਮਲਾ ਕਰ ਹੀ ਦੇਵੇ। ਅਬਦਾਲੀ ਦਾ ਭਾਰਤ ਸੰਬੰਧੀ ਪੂਰਵ ਵਿਗਿਆਨ ਇਹੀ ਸੀਗਾ ਕਿ ਜੋ ਵੀ ਮਤਲਬ ਉਸਨੇ ਉੱਥੋਂ ਦੇ ਲੋਕਾਂ ਵੱਲ ਦੇਖਿਆ ਉਸਨੂੰ ਮਤਲਬ ਜੋ ਇੰਡੀਆ ਪੰਜਾਬ ਉਹਨੂੰ ਅਟਰੈਕਟ ਕੀਤਾ ਕਿ ਕਿਉਂ ਨਾ ਮੈਂ ਇੱਥੇ ਆਪਣੀ ਜੜ੍ਹਾਂ ਪਸਾਰ ਲਵਾਂ, ਕਿਉਂ ਨਾ ਮੈਂ ਇੱਥੇ ਆ ਕੇ ਆਪਣਾ ਰਾਜ ਕਰਾਂ। ਇੱਥੇ ਮੈਨੂੰ ਅਫਗਾਨਿਸਤਾਨ ਤੋਂ ਵੀ ਮਤਲਬ ਆਪਣੀ ਜੋ ਹੈ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਮਤਲਬ ਮੈਨੂੰ ਇੱਕ ਸ਼ੈ ਮਿਲੇਗੀ। ਉਸ ਦੇ ਨਾਲ ਹੀ ਮੈਂ ਹੋਰਨਾਂ ਜਿਹੜੇ ਸ਼ਾਸਕ ਨੇ ਨਵੇਂ ਉੱਠੇ ਉਹਨਾਂ ਨੂੰ ਮੈਂ ਆਪਣੇ ਅੰਡਰ ਕਰ ਲੂੰਗਾ। ਠੀਕ ਹੈ, ਸੋ ਆਪਣੀ ਸ਼ਕਤੀ ਦਾ ਦਬਦਬਾ ਦਿਖਾਉਣ ਲਈ ਉਸਨੂੰ ਪੰਜਾਬ ਇੰਡੀਆ ਦੇ ਵਿੱਚ ਜਿਹੜਾ ਵਾ ਹਮਲੇ ਕਰਨੇ ਕਾਫੀ ਉਹਨੂੰ ਸਹੀ ਲੱਗਾ। ਉਸ ਤੋਂ ਬਾਅਦ ਮੋਸਟ ਇੰਪੋਰਟੈਂਟ ਸ਼ਾਹਨਵਾਜ਼ ਖਾਨ ਦਾ ਸੱਦਾ। ਸ਼ਾਹਨਵਾਜ਼ ਖਾਨ ਨੇ ਵੀ ਅਹਿਮਦ ਸ਼ਾਹ ਅਬਦਾਲੀ ਨੂੰ ਸੱਦਾ ਦਿੱਤਾ ਸੀਗਾ ਕਿ ਉਹ ਆਵੇ ਸਾਡੇ ਉੱਪਰ ਹਮਲਾ ਕਰੇ।
ਸ਼ਹਿਨਵਾਜ਼ ਖਾਨ ਬੇਸਿਕਲੀ ਲਾਹੌਰ ਦਾ ਗਵਰਨਰ ਸੀਗਾ, ਠੀਕ ਹੈ। ਸੋ ਉਸਨੇ ਅਹਿਮਦ ਸ਼ਾਹ ਅਬਦਾਲੀ ਨੂੰ ਸਪੈਸ਼ਲੀ ਕਿਹਾ ਸੀਗਾ ਕਿ ਮਤਲਬ ਕਿ ਸੱਦਾ ਦਿੱਤਾ ਸੀਗਾ ਕਿ ਉਹ ਸਾਡੇ ਰਾਜ 'ਤੇ ਆਏ ਅਤੇ ਹਮਲਾ ਕਰ ਲਏ, ਠੀਕ ਹੈ। ਅਬਦਾਲੀ ਦਾ ਪਹਿਲਾ ਹਮਲਾ 1747 ਈਸਵੀ ਟੂ 1748 ਈਸਵੀ। ਜਿਵੇਂ ਕਿ ਆਪਾਂ ਉੱਪਰ ਪਹਿਲੀ ਸਾਈਡ ਵਿੱਚ ਪੜ੍ਹ ਚੁੱਕੇ ਹਾਂ ਕਿ ਅਹਿਮਦ ਸ਼ਾਹ ਅਬਦਾਲੀ ਨੇ 8 ਵਾਰ ਹਮਲੇ ਕੀਤੇ ਆ, ਠੀਕ ਹੈ। 1747 ਈਸਵੀ ਨੂੰ ਸ਼ਹਿਨਵਾਜ਼ ਵੱਲੋਂ ਅਬਦਾਲੀ ਨੂੰ ਭਾਰਤ 'ਤੇ ਹਮਲਾ ਕਰਨ ਦਾ ਸੱਦਾ। ਵਜ਼ੀਰ ਕਮਰੂਦੀਨ ਅਤੇ ਸ਼ਹਿਨਵਾਜ਼ ਖਾਂ ਵਿੱਚ ਸਮਝੌਤਾ, ਠੀਕ ਹੈ, ਕਿ ਉਹਨਾਂ ਨੇ ਹਮਲਾ ਦਿੱਤਾ, ਮਤਲਬ ਕਿ ਇਹ ਪਲੱਸ ਪੁਆਇੰਟ ਨਹੀਂ, ਉਹਨਾਂ ਨੇ ਇਹਨੂੰ ਹਮਲਾ ਕਰਨ ਦਾ ਸੱਦਾ ਦਿੱਤਾ। ਕਿਸਨੇ ਦਿੱਤਾ? ਸ਼ਹਿਨਵਾਜ਼ ਖਾਂ ਨੇ ਅਬਦਾਲੀ ਨੂੰ। ਉਸ ਤੋਂ ਬਾਅਦ ਵਜ਼ੀਰ ਕਮਰੂਦੀਨ ਅਤੇ ਸ਼ਾਹਵਾਜ਼ ਵਿੱਚ ਸਮਝੌਤਾ। ਇਹਨਾਂ ਵਿੱਚ ਵੀ ਆਪਸੀ ਮਤਭੇਦ ਚੱਲਦੇ ਨੇ। ਉਸ ਤੋਂ ਬਾਅਦ ਇਹਨਾਂ ਵਿੱਚ ਸਮਝੌਤੇ ਹੋ ਜਾਂਦੇ ਨੇ। ਅਬਦਾਲੀ ਵੱਲੋਂ ਸ਼ਹਿਨਵਾਜ਼ ਨੂੰ ਹਰਾ ਕੇ ਲਾਹੌਰ 'ਤੇ ਕਬਜ਼ਾ। ਜਿਵੇਂ ਕਿ ਉਹ ਖੁਦ ਹੀ ਬੜਾ ਬੇਤਾਬ ਸੀਗਾ, ਉਸਨੇ ਹੀ ਇਸ ਬੰਦੇ ਨੇ ਖੁਦ ਅਬਦਾਲੀ ਨੂੰ ਆਪਣੇ ਰਾਜ ਵਿੱਚ ਆ ਕੇ ਹਮਲਾ ਕਰਨ ਦਾ ਸੱਦਾ ਦਿੱਤਾ। ਇਸ ਕਰਕੇ ਅਬਦਾਲੀ ਨੇ ਉਸਦੇ ਲਾਹੌਰ 'ਤੇ ਕਬਜ਼ਾ ਕਰ ਲਿਆ। ਵਜ਼ੀਰ ਕਮਰੂਦੀਨ ਦੀ ਮੌਤ। ਮੁਈਨ ਉਲ ਮੁਲਕ ਮੀਰ ਮੰਨੂ ਜੋ ਹੈ ਉਸ ਵੱਲੋਂ ਅਬਦਾਲੀ ਨੂੰ ਕਰਾਰੀ ਹਾਰ, ਠੀਕ ਹੈ, ਕਿ ਮੀਰ ਮੰਨੂ ਜੋ ਸੀਗਾ ਇਸਦੇ ਨਾਲ ਵੀ ਇਹਦਾ ਯੁੱਧ ਹੋਇਆ, ਪਰ ਅਬਦਾਲੀ ਨੂੰ ਉਸ ਸਮੇਂ ਕਰਾਰੀ ਹਾਰ ਸਹਿਣੀ ਪੜੀ, ਕਿਉਂਕਿ ਮੀਰ ਮੰਨੂ ਵੀ ਇੱਕ ਬਹੁਤ ਹੀ ਮਤਲਬ ਆਪਣੇ ਸਮੇਂ 'ਤੇ ਲੜਾਕੂ ਯੋਧਾ ਰਿਹਾ ਸੀਗਾ ਕਿ ਉਸਨੇ ਅਹਿਮਦ ਸ਼ਾਹ ਅਬਦਾਲੀ ਵਰਗੇ ਯੋਧੇ ਨੂੰ ਹਰਾਇਆ। ਮੁਹੰਮਦ ਸ਼ਾਹ ਵੱਲੋਂ ਮੀਰ ਮੰਨੂ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ। ਮੁਹੰਮਦ ਸ਼ਾਹ ਨੇ ਮੀਰ ਮੰਨੂ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ। ਕਿਸ ਕਾਰਨ ਕੀਤਾ? ਅਬਦਾਲੀ ਨੂੰ ਹਰਾਉਣ ਦੇ ਕਾਰਨ। ਅਬਦਾਲੀ ਦਾ ਦੂਜਾ ਹਮਲਾ 1748 ਤੋਂ 1749 ਈਸਵੀ। 1748 ਵਿੱਚ ਅਬਦਾਲੀ ਵੱਲੋਂ ਹਮਲਾ। ਦਿੱਲੀ ਦੇ ਵਜ਼ੀਰ ਅਤੇ ਮੀਰ ਮੰਨੂ ਵਿੱਚ ਖਿੱਚੋਤਾਣ ਕਰਕੇ ਮੀਰ ਮੰਨੂ ਦੀ ਡਾਵਾਂਡੋਲ ਸਥਿਤੀ। ਇਸ ਵਿੱਚ ਕੀ ਹੋਇਆ ਹੈ ਕਿ ਜਦੋਂ 1748 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਆਪਣਾ ਦੂਸਰਾ ਹਮਲਾ ਕੀਤਾ ਅਤੇ ਦਿੱਲੀ ਦਾ ਵਜ਼ੀਰ, ਠੀਕ ਹੈ, ਦਿੱਲੀ ਦਾ ਜੋ ਵਜ਼ੀਰ ਸੀਗਾ ਅਤੇ ਉਸ 'ਤੇ ਮੀਰ ਮੰਨੂ ਦੇ ਵਿੱਚ ਜਿਹੜੀ ਖਿੱਚੋਤਾਣ ਕਰਕੇ ਮੀਰ ਮੰਨੂ ਦੀ ਜਿਹੜੀ ਸਥਿਤੀ ਹੈ ਡਾਵਾਂਡੋਲ ਰਹੀ। ਕਿਉਂਕਿ ਇੱਕ ਪਾਸੇ ਮਤਲਬ ਕਿ ਜਿਸ ਤਰ੍ਹਾਂ ਲਾਹੌਰ ਦਾ ਗਵਰਨਰ ਹੁਣ ਇਸ ਟਾਈਮ ਅਗਰ ਮੀਰ ਮੰਨੂ ਆ ਅਤੇ ਉਸ ਟਾਈਮ ਮਤਲਬ ਦਿੱਲੀ ਦੇ ਵਜ਼ੀਰ ਦੇ ਨਾਲ ਵੀ ਉਸਦੀ ਲੜਾਈ ਚੱਲਦੀ ਪਈ, ਅਤੇ ਇਸ ਤਰ੍ਹਾਂ ਉਹਦੀ ਜਿਹੜੀ ਸਥਿਤੀ ਸੀਗੀ ਡਾਵਾਂਡੋਲ ਹੋ ਚੁੱਕੀ ਸੀਗੀ। ਉਹਦੀ ਜਿਹੜੀ ਸ਼ਕਤੀਆਂ ਸੀਗੀਆਂ ਕਮਜ਼ੋਰ ਹੁੰਦੀਆਂ ਗਈਆਂ ਸੀ ਕਿ ਇੱਕ ਪਾਸੇ ਲਾਹੌਰ, ਇੱਕ ਪਾਸੇ ਅਬਦਾਲੀ ਵੀ ਉਸ ਵੱਲ ਹਮਲਾ ਕਰਦਾ ਪਿਆ ਅਤੇ ਇੱਕ ਪਾਸੇ ਦਿੱਲੀ ਦਾ ਵਜ਼ੀਰ ਵੀ। ਸੋ ਇਸ ਕਰਕੇ ਜੋ ਉਹਦੀ ਪਾਵਰ ਸੀਗਾ ਕਿ ਜਿਵੇਂ ਪਹਿਲੇ ਮੀਰ ਮੰਨੂ ਇਕੱਲੇ ਬੰਦੇ ਨੂੰ ਅਬਦਾਲੀ ਨੂੰ ਹਰਾ ਕੇ ਉਹਨੇ ਆਪਣੀ ਜਿੱਤ ਸਥਾਪਿਤ ਕੀਤੀ ਕਿ ਮੈਂ ਉਸ ਤੋਂ ਜ਼ਿਆਦਾ ਮਹਾਨ ਹਾਂ, ਪਰ ਜਦੋਂ ਦੋਨਾਂ ਸਾਈਡ 'ਤੇ ਯੁੱਧ ਦੇਖਿਆ, ਦੋਨਾਂ ਸਾਈਡ 'ਤੇ ਆਪਣੇ ਆਪ ਨੂੰ ਕਮਜ਼ੋਰ ਦੇਖਿਆ, ਤਾਂ ਉਸ ਸਮੇਂ ਜਿਹੜੀ ਉਹਦੀ ਸਥਿਤੀਆਂ ਡਾਵਾਂਡੋਲ ਹੋ ਗਈ। ਦਿੱਲੀ ਤੋਂ ਮਦਦ ਨਾ ਮਿਲਣ ਕਰਕੇ ਅਬਦਾਲੀ ਨਾਲ ਸੰਧੀ। ਜਿਵੇਂ ਕਿ ਦਿੱਲੀ ਦੇ ਨਾਲ ਤਾਂ ਪਹਿਲੇ ਹੀ ਮੀਰ ਮੰਨੂ ਦੀ ਜਿਹੜੀ ਹੈ ਖਿੱਚੋਤਾਣ ਚੱਲਦੀ ਰਹੀ ਸੀ। ਸੋ ਮੀਰ ਮੰਨੂ ਨੂੰ ਆਸ ਸੀਗਾ ਕਿ ਜੇਕਰ ਅਬਦਾਲੀ ਮੇਰੇ 'ਤੇ ਹਮਲਾ ਕਰੇਗਾ ਤਾਂ ਦਿੱਲੀ ਦਾ ਵਜ਼ੀਰ ਜ਼ਰੂਰ ਮੈਨੂੰ ਸਹਾਇਤਾ ਦੇਗਾ, ਪਰ ਦਿੱਲੀ ਦੇ ਵਜ਼ੀਰ ਨੇ ਇਹਨੂੰ ਸਹਾਇਤਾ ਨਹੀਂ ਦਿੱਤੀ, ਜਿਸ ਕਰਕੇ ਮੀਰ ਮੰਨੂ ਨੂੰ ਅਬਦਾਲੀ ਦੇ ਨਾਲ ਸੰਧੀ ਕਰਨੀ ਪਈ, ਠੀਕ ਹੈ। 4 ਜ਼ਿਲ੍ਹਿਆਂ ਦਾ ਲਗਾਨ 14 ਲੱਖ ਸਾਲਾਨਾ ਅਬਦਾਲੀ ਨੂੰ ਦੇਣ ਦਾ ਵਾਅਦਾ। ਸੰਧੀ ਕੀ ਹੋਈ ਕਿ ਮੀਰ ਮੰਨੂ ਨੂੰ 4 ਜ਼ਿਲ੍ਹਿਆਂ ਦਾ ਲਗਾਨ 14 ਲੱਖ ਸਾਲਾਨਾ ਅਬਦਾਲੀ ਨੂੰ ਦੇਣ ਦਾ ਵਾਅਦਾ ਕੀਤਾ। ਇਹ ਸੀਗੀ ਸੰਧੀ। ਅਬਦਾਲੀ ਦਾ ਤੀਸਰਾ ਹਮਲਾ 1751 to 1752। ਮੀਰ ਮੰਨੂ ਨੇ ਜੋ ਹੈ 14 ਲੱਖ ਸਾਲਾਨਾ ਲਗਾਨ ਨਾ ਭੇਜਣਾ, ਕੁਝ ਰਕਮ ਦੇਣ ਦੇ ਬਾਵਜੂਦ ਅਬਦਾਲੀ ਵੱਲੋਂ ਹਮਲਾ, ਠੀਕ ਹੈ, ਕਿ ਇੰਨੀ ਸਾਰੀ ਰਕਮ ਨਾ ਦੇਣ ਦੇ ਬਾਵਜੂਦ ਵੀ, ਠੀਕ ਹੈ, ਉਹ ਆਪਣੇ ਆਪ ਨੂੰ ਅਸਮਰਥ ਹੋਣੇ ਪਾਇਆ। ਇਸ ਕਰਕੇ ਮੀਰ ਮੰਨੂ 'ਤੇ ਅਬਦਾਲੀ ਨੇ ਫਿਰ ਮੁੜ ਕੇ ਦੁਬਾਰਾ ਹਮਲਾ ਕੀਤਾ ਕਿ ਉਹ ਉਸਦੀ ਸੰਧੀ ਦੀ ਰਕਮ ਉਸਨੂੰ ਨਹੀਂ ਦੇ ਰਿਹਾ। ਲਾਹੌਰ ਵਿੱਚ ਅਬਦਾਲੀ ਵੱਲੋਂ 3 ਮਹੀਨਿਆਂ ਤੱਕ ਕੁੱਟਮਾਰ। ਬਦਲੇ ਵਜੋਂ ਉਹਨੇ ਲਾਹੌਰ ਦੇ ਵਿੱਚ 3 ਮਹੀਨਿਆਂ ਤੱਕ ਲਗਾਤਾਰ ਲੁੱਟ ਮਾਰ ਕੀਤੀ। ਕਾਫੀ ਉਹਨੇ ਅਹਿੰਸਾ ਜਿਹੜੀ ਕਿ ਉਸ ਲਾਹੌਰ ਰਾਜੇ ਦੇ ਵਿੱਚ ਉਹਨੇ ਫੈਲਾ ਦਿੱਤੀ ਸੀ। ਮਾਰਚ 1752 ਈਸਵੀ ਨੂੰ ਲਾਹੌਰ ਨੇੜੇ ਅਬਦਾਲੀ ਅਤੇ ਮੀਰ ਮੰਨੂ ਦੀਆਂ ਫੌਜਾਂ ਵਿਚਾਲੇ ਲੜਾਈ। ਆਖਿਰਕਾਰ ਮੀਰ ਮੰਨੂ ਨੂੰ ਝੁਕ ਕੇ ਅਬਦਾਲੀ ਦੇ ਨਾਲ ਲੜਾਈ ਕਰਨੀ ਹੀ ਪਈ, ਠੀਕ ਹੈ, ਸਾਹਮਣੇ ਦੋ ਹੱਥ ਉਹਨਾਂ ਨੂੰ ਕਰਨੇ ਹੀ ਪਏ। ਦੀਵਾਨ ਕੋੜਾਮਲ ਦੀ ਮੌਤ, ਜਿਹੜਾ ਕਿ ਮੀਰ ਮੰਨੂ ਦਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਹਾਇਤਾ, ਇੱਕ ਵਿਚਾਰ ਵਿਮਰਸ਼ ਕਰਨ ਲਈ ਇੱਕ ਜੋ ਮੰਤਰੀ ਸੀਗਾ, ਉਹਨਾਂ ਦੀ ਮੌਤ ਹੋ ਗਈ ਅਤੇ ਮੀਰ ਮੰਨੂ ਦੀ ਗ੍ਰਿਫਤਾਰੀ। ਅਬਦਾਲੀ ਦੀ ਮੀਰ ਮੰਨੂ ਦੀ ਦਲੇਰੀ ਤੋਂ ਪ੍ਰਭਾਵਿਤ ਹੋ ਕੇ ਉਸਨੂੰ ਮਾਫ਼ ਕਰਨਾ। ਇਹ ਪੁਆਇੰਟ ਬਹੁਤ ਹੀ ਇੰਟਰਸਟਿੰਗ ਆ, ਕਿਉਂਕਿ ਇਸ ਵਕਤ ਜੋ ਅਬਦਾਲੀ ਹੈ ਮੀਰ ਮੰਨੂ ਨੂੰ ਕੁਝ ਸਵਾਲ ਕਰਦਾ ਹੈ। ਸੋ ਮੀਰ ਮੰਨੂ ਇੰਨਾ ਮਤਲਬ ਵਧੀਆ ਤਰੀਕੇ ਨਾਲ ਉਸ ਸਵਾਲਾਂ ਦੇ ਜਵਾਬ ਦਿੰਦਾ ਹੈ, ਜਿਸ ਕਰਕੇ ਅਬਦਾਲੀ ਖੁਸ਼ ਹੋ ਕੇ ਉਸਨੂੰ ਪ੍ਰਭਾਵਿਤ ਹੋ ਕੇ ਮਾਫ਼ ਕਰ ਦਿੰਦਾ ਹੈ। ਉਹ ਸਵਾਲ ਕੀ ਨੇ ਮੈਂ ਜ਼ਰੂਰ ਤੁਹਾਨੂੰ ਦੱਸਾਂਗੀ।
ਸੋ ਉਹ ਸਵਾਲ ਨੇ ਇਹ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮੰਨੂ ਨੂੰ ਸਵਾਲ ਕੀਤਾ, अहमद शाह अब्दाली मीर मन्नू पूछते हैं कि यदि आप मुझे कैद कर लेते तो मेरा साथ कैसा व्यवहार करते। ठीक है कि अहमद शाह अब्दाली पूछते हैं कि मीर मन्नू जेकर तू मैनू कैद कर लेंदा तो तू मेरे नाल किदां दा व्यवहार करदा, मेरा की हशर करदा। सो मीर मन्नू कहते कि मैं आपका सिर काट कर दिल्ली में अपने स्वामी के पास भेज देता। ठीक है, उस बदले अहमद शाह अब्दाली कहते हैं कि जब तुम मेरी कैद में हो तो आपके साथ कैसा व्यवहार किया जाए। ठीक है, ਹੁਣ ਅਹਿਮਦ ਸ਼ਾਹ ਅਬਦਾਲੀ ਕਹਿੰਦੇ ਪਏ ਨੇ ਕਿ ਹੁਣ ਤੂੰ ਮੇਰੀ ਕੈਦ ਵਿੱਚ ਹੋ ਚੁੱਕਿਆ ਹੈ ਅਤੇ ਮੈਂ ਤੇਰੇ ਨਾਲ ਕਿੱਦਾਂ ਵਿਵਹਾਰ ਕਰਾਂ, ਕਿਉਂਕਿ ਮੈਂ ਤਾਂ ਤੈਨੂੰ ਹਰਾ ਦਿੱਤਾ ਵਾ ਲੜਾਈ ਦੇ ਵਿੱਚ। ਠੀਕ ਹੈ, ਹੁਣ ਤੂੰ ਮੇਰੇ ਅੰਡਰ ਹੈ, ਮੈਂ ਤੇਰੇ ਨਾਲ ਕਿੱਦਾਂ ਦਾ ਵਿਵਹਾਰ ਕਰਾਂ। ਸੋ ਇਸ ਵਿੱਚ ਮੀਰ ਮਨੂੰ ਨੇ ਇੱਕ ਬਹੁਤ ਹੀ ਜ਼ਿਆਦਾ ਇੱਦਾਂ ਦਾ ਜਵਾਬ ਦਿੱਤਾ ਜਿਸ ਨੂੰ ਸੁਣ ਕੇ ਜੋ ਅਬਦਾਲੀ ਨੇ, ਅਹਿਮਦ ਸ਼ਾਹ ਅਬਦਾਲੀ, ਉਹ ਬਿਲਕੁਲ ਪ੍ਰਭਾਵਿਤ ਹੋ ਗਏ। ਮੀਰ ਮਨੂੰ ਦਾ ਜਵਾਬ ਇਹ ਸੀਗਾ ਕਿ यदि आप व्यापारी हो, यदि आप व्यापारी हो, व्यापार करने वाले हो तो धन लेकर मुझे छोड़ दो, यदि आप कसाई हो तो मुझे मार दो, यदि आप बादशाह हो तो मुझे अपनी कृपा पात्र बनाकर क्षमा कर दो। ਇਹ ਉਹ ਸਵਾਲ ਸੀਗਾ ਤੇ ਇਹ ਉਹ ਮੀਰ ਮਨੂੰ ਦਾ ਜਵਾਬ ਸੀਗਾ ਜਿਸ ਨੂੰ ਸੁਣ ਕੇ ਅਹਿਮਦ ਸ਼ਾਹ ਅਬਦਾਲੀ ਉਸ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹਨੇ ਉਸਦੀ ਦਲੇਰੀ ਤੇ ਉਸਦੇ ਸਵਾਲਾਂ ਦੇ ਜਵਾਬ ਸੁਣ ਕੇ ਉਸਨੂੰ ਮਾਫ ਕਰ ਦਿੱਤਾ। ਸੋ ਇਹ ਸੀਗੀ ਵਾਰਤਾਲਾਪ ਜਿਹੜੀ ਕਿ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮਨੂੰ ਦੇ ਵਿਚਕਾਰ ਹੋਈ ਸੀ। ਸੋ 1750 ਈਸਵੀ ਨੂੰ ਪੰਜਾਬ ਨੇ ਆਪਣੇ ਸਾਮਰਾਜ ਵਿੱਚ ਸ਼ਾਮਿਲ ਕਰਕੇ, ਠੀਕ ਹੈ, ਮੀਰ ਮਨੂੰ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਸੋ ਅਹਿਮਦ ਸ਼ਾਹ ਅਬਦਾਲੀ ਦਾ ਚੌਥਾ ਹਮਲਾ, ਸੋ ਇਹ ਚੌਥਾ ਹਮਲਾ 1750, ਸੋ ਅਹਿਮਦ ਸ਼ਾਹ ਅਬਦਾਲੀ ਦਾ ਚੌਥਾ ਹਮਲਾ ਸੀਗਾ 1756 ਈਸਵੀ ਨੂੰ 1757। 1753 ਈਸਵੀ ਦੇ ਵਿੱਚ ਮੀਰ ਮਨੂੰ ਦੀ ਮੌਤ ਤੋਂ ਬਾਅਦ, ਹੁਣ ਮੀਰ ਮਨੂੰ ਦੀ ਮੌਤ ਕਿਵੇਂ ਹੋਈ? ਜਿਵੇਂ ਕਿ ਸਾਨੂੰ ਪਤਾ ਵਾ ਕਿ ਮੀਰ ਮਨੂੰ ਨੇ ਵੀ ਆਪਣੇ ਪੁਰਾਣੇ ਸ਼ਾਸਕਾਂ ਦੀ ਤਰ੍ਹਾਂ ਹੀ ਸਿੱਖਾਂ ਦੇ ਵਿਰੁੱਧ, ਸਿੱਖਾਂ ਨੂੰ ਖਤਮ ਕਰਨ ਲਈ, ਉਹਨਾਂ ਦੀ ਸ਼ਕਤੀ ਨੂੰ ਦਬਾਉਣ ਲਈ ਉਹਨੇ ਕਾਫੀ ਸਾਰੇ ਹਮਲੇ ਕੀਤੇ। ਸੋ ਇਸੇ ਤਰ੍ਹਾਂ ਹੀ ਆਪਾਂ ਦੇਖਦੇ ਹਾਂ ਕਿ ਜਦੋਂ 1753 ਈਸਵੀ ਨੂੰ ਮੀਰ ਮਨੂੰ ਜੋ ਹੈ ਉਸ ਸਿੱਖਾਂ ਨੂੰ ਪਕੜਨ ਲਈ ਜਾਂਦਾ ਵਾ, ਤਾਂ ਉਹਦੇ ਵਿੱਚ ਕੀ ਕਰਦੇ ਆ ਕਿ ਸਿੱਖਾਂ ਨੇ ਗੋਲੀ ਚਲਾ ਦਿੱਤੀ। ਗੋਲੀ ਚਲਾ ਕੇ ਜੋ ਮੀਰ ਮਨੂੰ ਦੇ ਘੋੜੇ ਸੀਗੇ ਉਹ ਬਿਲਕੁਲ ਪਾਗਲ ਹੋ ਗਏ ਅਤੇ ਜਿਹੜੀ ਘੋੜੀ ਦੀ ਕਾਠੀ ਉੱਤੇ ਬੈਠਾ ਜਿਹੜਾ ਮੀਰ ਮਨੂੰ ਸੀਗਾ ਉਹ ਥੱਲੇ ਗਿਰ ਗਿਆ ਅਤੇ ਉਹਦੇ ਪੈਰ ਜੋ ਸੀਗੇ ਨਾ ਉਹ ਉਹਦੇ ਰਕਾਬ ਵਿੱਚ ਜਿਹੜੇ ਨੇ ਫਸ ਜਾਂਦੇ ਨੇ ਘੋੜੇ ਦੇ, ਅਤੇ ਘੋੜੇ ਦੀ ਗੋਲੀ ਦੀ ਆਵਾਜ਼ ਸੁਣ ਕੇ ਅਨਿਯੰਤਰਿਤ ਹੋ ਗਏ। ਉਹ ਬਿਲਕੁਲ ਘਬਰਾ ਕੇ ਹਾਂਕਣ ਲੱਗ ਪਏ। ਸੋ ਇਸੇ ਤਰ੍ਹਾਂ ਉਹ ਦੌੜਨਾ ਸ਼ੁਰੂ ਕਰ ਦਿੰਦੇ ਨੇ। ਸੋ ਜੋ ਮੀਰ ਮਨੂੰ ਦਾ ਪੈਰ ਸੀਗਾ ਘੋੜੇ ਦੀ ਰਕਾਬ ਵਿੱਚ ਫਸ ਜਾਂਦਾ ਵਾ, ਤਾਂ ਇੱਦਾਂ ਹੀ ਘੜੀਸਦਾ ਘੜੀਸਦਾ ਖੁਦ ਹੀ ਮਰ ਜਾਂਦਾ ਵਾ। ਠੀਕ ਹੈ, ਸੋ ਇਸ ਤਰ੍ਹਾਂ ਮੀਰ ਮਨੂੰ ਦੀ ਮ੍ਰਿਤਿੂ ਹੋ ਜਾਂਦੀ ਆ। ਸੋ ਉਸਦੀ ਮ੍ਰਿਤਿੂ ਤੋਂ ਬਾਅਦ ਉਸਦੀ ਵਿਧਵਾ ਜੋ ਹੈ ਮੁਗਲਾਨੀ ਬੇਗਮ ਨੂੰ ਪੰਜਾਬ ਦਾ ਸੂਬੇਦਾਰ ਬਣਾ ਦਿੱਤਾ ਜਾਂਦਾ ਵਾ। ਠੀਕ ਹੈ, ਸੋ ਉਸ ਤੋਂ ਬਾਅਦ ਪੰਜਾਬ ਵਿੱਚ ਬਦਮਨੀ ਫੈਲਣੀ ਅਤੇ ਮੁਗਲ ਬਾਦਸ਼ਾਹ ਆਲਮਗੀਰ ਦੂਜੇ ਦੇ ਆਦੇਸ਼ 'ਤੇ ਮੁਗਲਾਨੀ ਬੇਗਮ ਨੂੰ ਕੈਦ ਕਰ ਲੈਂਦੇ ਆ। ਠੀਕ ਹੈ, ਕਿ ਹੁਣ ਜੋ ਹੈ ਰਾਜਾ ਤੇ ਉਸਦਾ ਰਿਹਾ ਨਹੀਂ, ਤੇ ਕਿਉਂ ਨਾ ਆਪਾਂ ਹੁਣ ਇਸ ਚੀਜ਼ ਨੂੰ ਕੈਦ ਕਰਕੇ ਇਹਦੀ ਪਤਨੀ ਨੂੰ, ਇਸਦੀ ਵਿਧਵਾ ਪਤਨੀ ਨੂੰ ਵੀ ਅਸੀਂ ਕੈਦ ਕਰ ਲੈਂਦੇ ਹਾਂ ਤੇ ਇਸਦੇ ਰਾਜ ਉੱਤੇ ਆਪਣਾ ਸ਼ਾਸਨ ਸਥਾਪਿਤ ਕਰ ਲੈਂਦੇ ਹਾਂ। ਮੁਗਲਾਨੀ ਬੇਗਮ ਵੱਲੋਂ ਵੀ ਅਬਦਾਲੀ ਨੂੰ ਭਾਰਤ ਆ ਕੇ ਕਰੋੜਾਂ ਰੁਪਏ ਲੁੱਟਣ ਦਾ ਲਾਲਚ ਦੇ ਕੇ ਹਮਲਾ ਕਰਨ ਲਈ ਕਹਿਣਾ, ਕਿ ਮੁਗਲਾਨੀ ਬੇਗਮ ਨੇ ਵੀ ਅਹਿਮਦ ਸ਼ਾਹ ਅਬਦਾਲੀ ਨੂੰ ਲਾਲਚ ਦਿੱਤਾ ਕਿ ਉਹ ਆ ਕੇ ਸਾਡੇ 'ਤੇ ਹਮਲਾ ਕਰੇ। ਠੀਕ ਹੈ, 1756 ਈਸਵੀ ਨੂੰ ਅਬਦਾਲੀ ਵੱਲੋਂ ਪੰਜਾਬ 'ਤੇ ਹਮਲਾ ਅਤੇ ਅਦੀਨਾ ਬੇਗ ਦਾ ਦਿੱਲੀ ਵੱਲ ਭੱਜ ਜਾਣਾ। 1715 ਇਹ ਕਿ ਉਸ ਟਾਈਮ ਦੇ ਛੋਟੇ ਛੋਟੇ ਇੰਸੀਡੈਂਟ ਹੈਗੇ ਨੇ ਕਿ ਜਦੋਂ ਉਹ ਹਮਲਾ ਕਰਦਾ ਹੈ ਤਾਂ ਉਸ ਟਾਈਮ ਕੀ ਹੁੰਦਾ ਹੈ, ਕੌਣ ਡਟ ਕੇ ਮੁਕਾਬਲਾ ਕਰਦਾ ਹੈ ਅਤੇ ਕੌਣ ਭੱਜ ਜਾਂਦਾ ਹੈ, ਇਹ ਉਹ ਛੋਟੇ ਛੋਟੇ ਪੁਆਇੰਟ ਨੇ। ਠੀਕ ਹੈ, ਸੋ 1757 ਈਸਵੀ ਦੇ ਵਿੱਚ ਅਬਦਾਲੀ ਨੇ ਦਿੱਲੀ, ਮਥੁਰਾ ਅਤੇ ਬ੍ਰਿੰਦਾਬਨ ਨੂੰ ਲੁੱਟਿਆ, ਫਿਰ ਫੌਜ ਵਿੱਚ ਹੈਜਾ ਫੈਲਣ ਕਾਰਨ ਤਾਂ ਵਾਪਸ ਜੋ ਹੈ ਕਾਬਲ ਵਾਪਸ ਚਲਾ ਗਿਆ। ਠੀਕ ਹੈ, ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰਨਾ ਅਤੇ ਸਿੱਖਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਆਦੇਸ਼। ਅਬਦਾਲੀ ਵੱਲੋਂ ਕਰਤਾਰਪੁਰ ਤੇ ਅੰਮ੍ਰਿਤਸਰ ਸਰੋਵਰ ਨੂੰ ਗੰਦਗੀ ਨਾਲ ਪ੍ਰਵਾਨ। ਇਸ ਵਕਤ ਕੀ ਹੁੰਦਾ ਹੈ, ਇਹ ਇੰਪੋਰਟੈਂਟ ਇੰਸੀਡੈਂਟ ਹੈ। ਸੋ ਇਸ ਵਿੱਚ ਜੋ ਅਫਗਾਨ ਸੈਨਿਕਾਂ ਨੇ ਅਤੇ ਸਿੱਖਾਂ ਦੇ ਵਿੱਚ ਜਿਹੜਾ ਕਿ ਬਹੁਤ ਹੀ ਭਿਅੰਕਰ ਯੁੱਧ ਹੁੰਦਾ ਵਾ, ਅਤੇ ਕਿ ਗੁੱਸੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਹੈ ਉਹ ਇੰਨੀ ਕੁ ਗੰਦੀ ਹਰਕਤ ਕਰਦਾ ਵਾ ਕਿ ਉਹ ਜੋ ਸਾਡਾ ਸ਼੍ਰੀ ਦਰਬਾਰ ਸਾਹਿਬ ਆ ਉਸਦੇ ਜਿਹੜੇ ਪਵਿੱਤਰ ਸਰੋਵਰ ਨੇ ਉਹਨੂੰ ਗੰਦਗੀ ਨਾਲ ਭਰਵਾਉਣਾ ਸ਼ੁਰੂ ਕਰ ਦਿੰਦਾ ਵਾ।
ਠੀਕ ਹੈ। ਕਿਤਾਬਾਂ ਵਿੱਚ ਸਾਨੂੰ ਸੁਣਨ ਨੂੰ ਮਿਲਦਾ ਵਾ ਕਿ ਉਹ ਗਾਂ ਦਾ ਜੋ ਖੂਨ ਹੈ, ਗਊ ਮਾਤਾ ਦਾ ਜੋ ਖੂਨ ਹੈ, ਔਰ ਜਿਹੜਾ ਕੂੜਾ ਕਰਕਟ ਹੈ ਉਹ ਸਰੋਵਰ ਵਿੱਚ ਭਰਵਾਉਣਾ ਸ਼ੁਰੂ ਕਰ ਦਿੱਤਾ ਹੈ। ਸੋ ਜਦੋਂ ਸਿੱਖਾਂ ਨੂੰ ਇਸ ਬਾਰੇ ਪਤਾ ਚੱਲਦਾ ਵਾ, ਤੇ ਉਹ ਅਹਿਮਦ ਸ਼ਾਹ ਅਬਦਾਲੀ ਦੇ ਵਿਰੁੱਧ ਬਹੁਤ ਹੀ ਸਖਤ ਜਿਹੜਾ ਵਾ ਯੁੱਧ ਕਰਦੇ, ਬਹੁਤ ਹੀ ਮਤਲਬ ਭਾਰਾ ਮਤਲਬ ਕਹਿ ਸਕਦੇ ਹੋ ਵਾਰ ਕਰਦੇ ਆ, ਜਿਸ ਕਰਕੇ ਜਿਹੜਾ ਕਿ ਨੇ ਅਹਿਮਦ ਸ਼ਾਹ ਅਬਦਾਲੀ ਇਸ ਯੁੱਧ ਤੋਂ ਮਤਲਬ ਡਰ ਕੇ ਥੋੜ੍ਹਾ ਭੱਜ ਜਾਂਦਾ। ਮਤਲਬ ਕਿ ਜੇਕਰ ਆਪਾਂ ਬੁੱਕ ਨੂੰ ਪੂਰੀ ਤਰ੍ਹਾਂ ਰੀਡ ਕਰਦੇ ਹਾਂ ਤਾਂ ਉਸ ਵਿੱਚ ਇਹ ਲਿਖਿਆ ਗਿਆ ਹੈ, ਅਤੇ ਉਸ ਵਿੱਚ ਇਹ ਵੀ ਨੇ ਕਿ ਬਾਬਾ ਦੀਪ ਸਿੰਘ ਜੀ ਨੇ ਇਸ ਵਕਤ ਇਸੇ ਸਮੇਂ ਲਾਸਾਨੀ ਸ਼ਹਾਦਤ ਨਵੰਬਰ 1757 ਈਸਵੀ ਅਤੇ ਸਿੱਖਾਂ ਵਿੱਚ ਨਵਾਂ ਜੋਸ਼ ਹੈ। ਇਹ ਉਸ ਟਾਈਮ ਦੀ ਗੱਲ ਹੈ, ਕਿਉਂਕਿ ਇਹ ਬਹੁਤ ਹੀ ਜੋ ਅਹਿਮਦ ਸ਼ਾਹ ਅਬਦਾਲੀ ਨੇ ਬਹੁਤ ਹੀ ਮਤਲਬ ਬੁਰੀ ਹਰਕਤ ਕੀਤੀ ਸੀਗੀ ਕਿ ਅੰਮ੍ਰਿਤਸਰ ਦੇ ਜਿਹੜੇ ਸਰੋਵਰ ਆ ਉਹਨੂੰ ਗੰਦਗੀ ਨਾਲ ਭਰਵਾ ਦਿੱਤਾ ਗਿਆ ਸੀ। ਸੋ ਸਿੱਖਾਂ ਅਤੇ ਮਰਾਠਿਆਂ ਵੱਲੋਂ ਤੈਮੂਰ ਸ਼ਾਹ ਨੂੰ ਪੰਜਾਬ 'ਚੋਂ ਭਜਾਉਣਾ, ਕਿਉਂਕਿ ਮਰਾਠੇ ਵੀ ਜੋ ਸੀਗੇ, ਜੋ ਮਰਾਠੀ ਸੈਨਾ ਵੀ ਸੀਗੀ, ਉਹ ਵੀ ਚਾਹੁੰਦੇ ਸੀਗੇ ਕਿ ਅਸੀਂ ਸਿੱਖਾਂ ਨੂੰ ਮਤਲਬ ਆਪਣਾ ਅਸੀਂ ਰਾਜ ਸਥਾਪਿਤ ਕਰ ਲਈਏ। ਠੀਕ ਹੈ। ਸੋ ਮਰਾਠੀ ਵੀ ਜੋ ਸੀਗੇ ਸੈਨਾ ਜ਼ਿਆਦਾ ਦੇਰ ਤੱਕ ਨਹੀਂ ਚੱਲ ਪਾਈ। ਸੋ ਸਿੱਖਾਂ ਨੇ ਇਹ ਮਤਲਬ ਆਪਣੇ ਆਪ ਨੂੰ ਮਤਲਬ ਵਧੀਆ ਤਰੀਕੇ ਨਾਲ ਰਿਪ੍ਰਜੈਂਟ ਕੀਤਾ ਇਸ ਐਵੇਂ ਮਤਲਬ ਕਿ ਇੱਦਾਂ ਦੇ ਮਾਹੌਲ 'ਚ ਵੀ। ਅਬਦਾਲੀ ਨੇ 60,000 ਸੈਨਿਕਾਂ ਨਾਲ ਪੰਜਾਬ 'ਤੇ ਹਮਲਾ ਕੀਤਾ। ਮਰਾਠਾ ਸੂਬੇਦਾਰ ਸ਼ੰਭਾਜੀ ਲਾਹੌਰ ਛੱਡ ਕੇ ਭੱਜ ਗਿਆ। ਇਹ ਪਾਣੀਪਤ ਦੀ ਲੜਾਈ ਹੈ। ਜਦੋਂ ਪਾਣੀਪਤ ਦੀ ਤੀਸਰੀ ਲੜਾਈ ਹੋਈ ਸੀ, ਉਹ ਅਹਿਮਦ ਸ਼ਾਹ ਅਬਦਾਲੀ ਅਤੇ ਮਰਾਠੀ ਸੂਬਾਦਾਰ ਸ਼ੰਭਾਜੀ ਲਾਹੌਰ ਦੇ ਨਾਲ ਹੋਈ, ਸ਼ੰਭਾਜੀ ਦੇ ਨਾਲ ਹੋਈ ਸੀ, ਜਿਹੜਾ ਕਿ ਲਾਹੌਰ ਦੇ ਯੁੱਧ ਤੋਂ ਛੱਡ ਕੇ ਭੱਜ ਗਿਆ। ਠੀਕ ਹੈ, ਭੱਜ ਜਾਂਦਾ ਵਾ। ਅਬਦਾਲੀ ਨੇ ਮੁੜ ਦਿੱਲੀ 'ਤੇ ਕਬਜ਼ਾ ਕਰਕੇ ਦਿੱਲੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਲੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। 14 ਜਨਵਰੀ 1761 ਈਸਵੀ ਨੂੰ ਸਦਾ ਸ਼ਿਵ ਰਾਓ ਨੇ ਅਧੀਨ ਮਰਾਠਾ ਸੈਨਾ ਅਤੇ ਅਬਦਾਲੀ ਦੀ ਸੈਨਾ ਵਿੱਚ ਘਮਾਸਾਨ ਦੀ ਲੜਾਈ ਹੋਈ। ਇਸ ਨੂੰ ਪਾਣੀਪਤ ਦੀ ਇਸ ਤੀਜੀ ਲੜਾਈ ਵਿੱਚ ਮਰਾਠਾ ਸ਼ਕਤੀ ਦਾ ਅੰਤ ਹੋ ਗਿਆ। ਠੀਕ ਹੈ, ਤੀਜੀ ਲੜਾਈ ਦੇ ਨਾਲ ਜਿਹੜੀ ਆ ਇਹ ਇੱਕ ਘਮਾਸਾਨ ਯੁੱਧ ਹੋਇਆ, ਜਿਹਦੇ ਵਿੱਚ ਮਰਾਠਾ ਸੈਨਿਕ ਦੀ ਪੂਰੀ ਤਰ੍ਹਾਂ ਅੰਤ ਹੋ ਗਿਆ। ਜੱਸਾ ਸਿੰਘ ਆਹਲੂਵਾਲੀਆ ਨੇ ਅਧੀਨ ਸਿੱਖਾਂ ਨੇ ਅਬਦਾਲੀ ਦੀ ਸੈਨਾ ਅਤੇ ਹਮਲਾ ਕਰਕੇ ਉਸ ਦੀ ਕੈਦ ਵਿੱਚੋਂ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਛੁਡਾਇਆ। ਇਹ ਜੋ ਯੁੱਧ ਦੀ ਆਪਾਂ ਗੱਲ ਕਰਦੇ ਪਏ, ਇਹ ਆ ਜਾਂਦਾ ਹੈ ਘੱਲੂਘਾਰਾ। ਠੀਕ ਹੈ, ਇਸ ਵਿੱਚ ਆਪਾਂ ਡਿਟੇਲ ਵਿੱਚ ਗੱਲ ਜੋ ਹੈ ਅਸੀਂ ਆਉਣ ਵਾਲੀ ਨੈਕਸਟ ਵੀਡੀਓ ਵਿੱਚ ਕਰਾਂਗੇ। ਸੋ ਇਹ ਸੀਗੇ ਅਹਿਮਦ ਸ਼ਾਹ ਅਬਦਾਲੀ ਦੇ ਸਾਰੇ ਹਮਲੇ। ਠੀਕ ਹੈ, ਮੈਂ ਟੋਟਲੀ 5 ਹਮਲਿਆਂ ਬਾਰੇ ਗੱਲ ਕਰਦੀ ਹੈ। ਸੋ ਆਈ ਹੋਪ ਕਿ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਸਮਝ ਲੱਗ ਗਿਆ ਹੋਏਗਾ। ਸੋ ਜੇ ਸਮਝ ਲੱਗਿਆ, ਅੰਡਰਸਟੈਂਡ ਕੀਤਾ ਲੈਕਚਰ, ਤੇ ਪਲੀਜ਼ ਲਾਈਕ ਜ਼ਰੂਰ ਕਰਨਾ। ਐਂਡ ਥੈਂਕ ਯੂ ਫॉर वाचिंग। बाय बाय एंड टेक केयर।